ਉੱਥੋਂ ਟਿਕਟ ਦਿੱਤੀ ਇੱਕ RSS ਦੀ ਸ਼ਾਖਾ ਦੇ ਮੁਖੀ ਨੂੰ। ਸੋ ਜਿਹੜੀ ਦੇ ਤਮੰਨਾ ਸੀ ਮੈਂ ਪੰਥਕ ਸੀਟ ਤੋਂ ਖੜਾ ਹੋਵਾਂ ਤੇ ਉਹਦਾ ਇੱਕ ਮੈਸੇਜ ਜਾਵੇ ਤੇ ਫਿਰ ਅਸੀਂ ਜਿਹੜੀ ਹੈਗੀ ਹੈ ਇੱਕ ਸਫਾਈ ਕਰੀਏ ਪੰਥਕ ਸੰਸਥਾਵਾਂ ਦੀ, ਉਹ ਉਹਨਾਂ ਨੇ ਪਹਿਲਾਂ ਹੀ ਫੋਇਲ ਕਰਤਾ। ਫਿਰ ਉਹਨੂੰ ਕੁਝ ਬੰਦਿਆਂ ਨੇ ਆਫਰ ਕੀਤੀ ਵੀ ਜਿਹੜੀ ਮੌੜ ਦੀ ਸੀਟ ਹੈ, ਹਲਕਾ ਹੈ, ਉਹ ਟੋਟਲ ਪੰਥਕ ਹਲਕਾ ਹੈ, ਪੇਂਡੂ ਹਲਕਾ ਹੈ ਤੇ ਇੱਥੋਂ ਜਿੱਤ ਸਕਦੇ ਹਾਂ। ਉਸ ਮੌਕੇ ਉੱਥੇ ਭਾਈ ਪੰਥਪ੍ਰੀਤ ਸਿੰਘ ਤੇ ਹੋਰ ਪ੍ਰਚਾਰਕਾਂ ਦਾ ਕਾਫੀ ਅਸਰ ਸੂਖ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ। ਸੋ ਇਹ ਉੱਥੇ ਫਿਰ ਟਿਕਟ ਲੈਣ ਵਾਸਤੇ ਤਿਆਰ ਹੋਇਆ, ਉਹ ਟਿਕਟ ਫਿਰ ਉਹਨਾਂ ਨੇ ਵੀ ਨਹੀਂ। ਹਾਂ, ਸੋ ਇਕੱਲੇ ਦਿੱਲੀ ਵਾਲੇ ਨਹੀਂ, ਜਿਹੜੇ ਪੰਜਾਬ ਦੇ ਵੀ ਸੀਗੇ ਲਾਲਸਾਵਾਨ ਲੀਡਰ ਵੀ ਜਿਨ੍ਹਾਂ ਨੂੰ ਇਹ ਸੀ ਵੀ ਅਸੀਂ CM ਬਣਨਾ ਹੈ, ਉਹ ਕੋਈ ਵੀ ਰਾਹ ਦਾ ਰੋੜਾ ਉਹ ਸਹਿਣ ਨਹੀਂ ਸੀ ਕਰਦੇ ਵੀ ਐਂ ਸਾਫ਼ ਕਰਕੇ ਪਾਸੇ ਉਹਨਾਂ ਦੇ ਮੁਕਾਬਲੇ ਤੇ ਖੜਾ ਨਾ, ਬਿਲਕੁਲ ਨਹੀਂ। ਮਤਲਬ ਇਹਨਾਂ ਨੂੰ ਬਿਲਕੁਲ ਇੱਕ ਈਰਖਾ ਦੀ ਨਜ਼ਰ ਨਾਲ ਦੇਖਣ ਲੱਗ ਗਏ ਵੀ ਇਹਨੂੰ ਖੁੰਝੇ ਕਿਵੇਂ ਲਾਉਣਾ। ਤੇ ਫਿਰ ਇਹਨੂੰ ਉਹ ਟਿਕਟ ਵੀ ਨਾ ਦਿੱਤੀ। ਫਿਰ ਕਿਸੇ ਨੇ ਕਿਹਾ ਵੀ ਤੁਸੀਂ ਨਾ ਬਾਘੇ ਪੁਰਾਣੇ ਤੋਂ ਖੜਾ ਹੋ, ਪੇਂਡੂ ਹਲਕਾ ਉਹ ਵੀ, ਤੇ ਉਹਦੀ ਸ਼ੁਰੂਆਤ ਰੋਡੇ ਪਿੰਡ ਤੋਂ ਕਰੀਏ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਿੰਡ ਤੋਂ, ਤੇ ਉਹਦਾ ਇੱਕ ਮੈਸੇਜ ਜਾਊਗਾ। ਉਹ ਫਿਰ ਇਹਨੂੰ ਫਿਰ ਠੀਕ ਲੱਗੀ ਗੱਲ ਵੀ ਠੀਕ ਆਪਾਂ ਬਾਘੇ ਪੁਰਾਣੇ ਤੋਂ ਲੜਦੇ ਹਾਂ। ਉਹਦੇ 'ਚ ਫਿਰ ਮਤਲਬ ਉਹੀ ਗੱਲ, ਉੱਥੇ ਫੂਲਕਾ ਸਾਹਿਬ ਨੇ ਆਪਦੇ ਭਰਾ ਨੂੰ ਲੜਾਉਣਾ ਸੀ ਤੇ ਉਹਨੇ ਸਿੱਧੀ ਥ੍ਰੈਟ ਕਰਤਾ ਵੀ ਜੇ ਤੁਸੀਂ ਫਿਰ ਇਹ ਟਿਕਟ ਵੀ ਮੈਨੂੰ ਨਹੀਂ ਦਿੰਦੇ ਫਿਰ ਅਸਤੀਫਾ ਲੈ ਲਓ ਮੇਰਾ। ਸੋ ਉਹ ਟਿਕਟ ਵੀ ਡਿਨਾਈ ਹੋ ਗਈ ਤੇ ਫਿਰ ਇਹਨੂੰ ਚੱਕ ਕੇ ਝੋਕਤਾ ਵੀ ਤੂੰ ਬਾਦਲ ਦੇ ਖਿਲਾਫ ਲੜ ਲੰਬੀ ਤੋਂ। ਹੁਣ ਇਹ ਪਤਾ ਸੀ ਵੀ ਉਹ ਸੀਟ ਪਹਿਲੀ ਗੱਲ ਤਾਂ ਬਾਦਲ ਤੋਂ ਖੋਣੀ ਬਹੁਤ ਔਖੀ ਹੈ, ਖੋਹੀ ਵੀ ਜਾ ਸਕਦੀ ਸੀ, ਉਦੋਂ ਮਾਹੌਲ ਬਣ ਗਿਆ ਸੀ। ਪਰ ਜਿਹੜੀ ਉਹ ਬੇਈਮਾਨੀ ਚੱਲੀ ਕੈਪਟਨ ਦੀ ਤੇ ਬਾਦਲ ਦੀ, ਦੋਵੇਂ ਪਰਿਵਾਰਾਂ ਨੇ ਆਪਸੀ ਅੰਡਰਸਟੈਂਡਿੰਗ ਕੀਤੀ, ਉਹ ਗੱਲ ਦਾ ਪਤਾ ਲੱਗ ਚੁੱਕਿਆ ਸੀਗਾ ਕਿ ਉਹ ਸੀਟ ਨਹੀਂ। ਪਰ ਉਹਨਾਂ ਨੇ ਤਾਂ ਕਿਉਂਕਿ ਇਹਨੂੰ ਰਾਹ 'ਚੋਂ ਪਾਸੇ ਕਰਨਾ ਸੀ, ਉਹ ਟਿਕਟ ਦੇਤੀ। ਤੇ ਮੁੜ ਕੇ ਤੁਸੀਂ ਉਹਦੀਆਂ ਗੱਲਾਂ ਸੁਣ ਕੇ ਦੇਖੋ ਉਹਦੇ ਦੋਸਤਾਂ ਤੋਂ, ਜਿਹੜੇ ਬੰਦੇ ਨਾਲ ਸੀ ਇੱਥੇ ਕੰਪੇਨ ਦੇ ਵਿੱਚ, ਵੀ ਕੋਈ ਵੀ ਮਦਦ ਨਹੀਂ ਕੀਤੀ, ਬਿਲਕੁਲ ਵੀ ਨਾ ਪੈਸਾ ਨਾ ਕੁਛ ਹੋਰ। ਇਹ ਤਾਂ ਆਪਦੇ ਸਿਰ ਦੇ ਜ਼ੋਰ ਨਾਲ ਉਹਨੇ ਮੁਹਿੰਮ ਚਲਾਈ ਤੇ ਚਲੋ ਫਿਰ ਵੀ ਕਾਫੀ ਉਹ ਇੱਕ ਰਿਸਪੈਕਟੇਬਲ ਵੋਟ ਉੱਥੋਂ ਲੈ ਗਿਆ। ਸੋ ਇਹ ਹੁਣ ਸਾਰਾ ਕੁਛ ਜਦੋਂ ਉਹ ਦੇਖ ਰਿਹਾ ਸੀ ਪਾਰਟੀ 'ਚ, ਜਿਸ ਆਸ ਤੇ ਉਮੀਦ ਨਾਲ ਆਇਆ ਸੀ, ਜੋ ਸੋਚ ਕੇ ਆਇਆ ਸੀ, ਉਹ ਇੱਕ ਇੱਕ ਕਰਕੇ ਉਹਦੀਆਂ ਉਮੀਦਾਂ ਤੇ ਪਾਣੀ ਫਿਰੀ ਗਿਆ। ਪਰ ਸਹਿਜ 'ਚ ਫਿਰ ਵੀ ਰਿਹਾ। ਹੋਰ ਕੋਈ ਬੰਦਾ ਹੁੰਦਾ ਪਹਿਲੇ ਅਨੰਦਪੁਰ ਸਾਹਿਬ ਦੀ ਸੀਟ ਨਾ ਮਿਲਦੀ ਝੱਜੂ ਪੈ ਜਾਂਦਾ। ਕਿਸੇ ਚੀਜ਼ ਤੇ ਕਲੇਸ਼ ਕੋਈ ਨਹੀਂ, ਦੇਖੀ ਜਾਂਦਾ ਸਾਰੇ ਰੰਗ ਤੇ ਦੇਖ ਕੇ ਅੰਦਰ ਬਸ ਪੀ ਜਾਂਦਾ ਤੇ ਉਹ ਆਪਦੇ ਰਾਹ ਤੇ ਤੁਰਿਆ ਜਾ ਰਿਹਾ ਹੈ। ਸੋ ਇਹ ਜਿਹੜੇ ਗੁਣ ਨਾ, ਜਿਹੜੇ ਬੰਦੇ ਅੱਜ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਪਾਰਟੀ ਬਣਾਈਏ, ਅਸੀਂ ਸੱਤਾ 'ਚ ਆਈਏ, ਆਹ ਗੱਲਾਂ ਦੇਖਣ ਵਾਲੀਆਂ। ਜੇ ਤਾਂ ਇਹੋ ਜਿਹੇ ਗੁਰਸਿੱਖ ਹੈ, ਨਾਮ ਰਸੀਏ ਹੈ ਤੁਹਾਡੇ ਕੋਲੇ, ਲਾਲਸਾਵਾਂ ਤੇ ਤ੍ਰਿਸ਼ਨਾਵਾਂ ਤੋਂ ਮੁਕਤ, ਫਿਰ ਤਾਂ ਕੁਛ ਹੋ ਜਾਊਗਾ। ਤੇ ਨਹੀਂ ਹੈ ਤਾਂ ਬਹੁਤ ਫਿਰਦੇ ਨੇ ਬੰਦੇ, ਮਤਲਬ ਕੋਈ ਵੀ ਪਾਰਟੀ ਬਣਾਓ। ਮੈਂ ਤਾਂ ਇਹ ਸੀ ਵੀ ਜਿਹੜਾ ਜਰਨੈਲ ਸਿੰਘ ਨੂੰ ਕਿਵੇਂ ਦੇਖਣਾ ਹੈ ਤੇ ਉਹ ਤੋਂ ਕੀ ਸਿੱਖਣਾ ਹੈ ਅੱਜ ਦੇ ਸਮੇਂ ਦੇ ਵਿੱਚ, ਇਹ ਬਹੁਤ ਜ਼ਰੂਰੀ ਹੈ। ਤੇ ਅਗਲੀ ਗੱਲ ਉਹਦੀ ਜਿਹੜੀ ਇਹ ਸੀ ਵੀ ਉਹਨੇ ਜੋ ਕਿਹਾ ਉਹ ਅਮਲ 'ਚ ਕੀਤਾ, ਆਪਦੇ ਪਰਿਵਾਰ ਤੋਂ ਸ਼ੁਰੂ ਕੀਤਾ, ਆਪਦੇ ਬੱਚਿਆਂ ਤੋਂ ਕੀਤਾ। ਤੁਸੀਂ ਉਹਦੇ ਬੱਚੇ ਦੇਖ ਲਓ, ਤੁਸੀਂ ਬਾਕੀ ਜਿਹੜੇ ਅਕਾਲੀ ਆਗੂ ਸਾਰੇ, ਭਾਵੇਂ ਸਰਨਾ ਹੈ, ਭਾਵੇਂ ਸਿਰਸਾ ਹੈ, ਭਾਵੇਂ ਆਪਣਾ GK ਹੈ, ਤੇ ਭਾਵੇਂ ਆਪਣੇ ਪੰਜਾਬ ਵਾਲਾ ਲਾਣਾ ਸਾਰਾ, ਤੁਸੀਂ ਇਹਨਾਂ ਦੇ ਬੱਚੇ ਦੇਖ ਲਓ ਤੇ ਉਹਦੇ ਬੱਚੇ ਬਿਲਕੁਲ। ਆ ਹੁਣ ਉਹਨਾਂ ਨੇ ਸਹਿਜ ਪਾਠ ਬੱਚੇ ਆਪ ਕਰ ਰਹੇ ਨੇ, ਹੋਰ ਕਿਸੇ ਦੀ ਮਦਦ ਨਹੀਂ ਲੈ ਰਹੇ, ਆਪ ਹੀ ਮਤਲਬ ਭੋਗ ਪਾਉਣਾ ਹੈ। ਸੋ ਇੰਨੇ ਗੁਰਬਾਣੀ ਨਾਲ ਜੁੜੇ ਹੋਏ ਨੇ। ਤੇ ਉਹਦੀ ਸਿੰਘਣੀ ਨੇ ਕਹਿੰਦੇ ਜਦੋਂ ਬੋਡੀ ਲੈ ਕੇ ਆਏ, ਸੰਸਕਾਰ ਕੀਤਾ, ਅੱਖ 'ਚੋਂ ਅੱਥਰੂ ਨਹੀਂ ਸੁੱਟਿਆ। ਸੋ ਜਿਹੜਾ ਭਾਣਾ, ਹਾਂ, ਸੋ ਵਾਹਿਗੁਰੂ ਦੇ ਭਾਣੇ 'ਚ ਰਹਿਣਾ ਤੇ ਉਹਦੇ ਭੈ ਵਿੱਚ ਰਹਿਣਾ, ਇਹ ਸੀਗਾ ਜਿਹੜੀ ਇੱਕ ਉਹਦੇ ਵਿੱਚ ਬਹੁਤ ਵੱਡੀ ਰੂਹਾਨੀ ਸਿਫਤ ਜਾਂ ਗੁਣ ਸੀ। ਸੋ ਤਾਂ ਹੀ ਫਿਰ ਉਹ ਇਸ ਤਰ੍ਹਾਂ ਵਿਚਰ ਸਕਿਆ। ਤੁਹਾਨੂੰ ਕੀ ਲੱਗਦਾ ਵੀ ਇਹਨਾਂ ਗੁਣਾਂ ਕਰਕੇ ਹੀ ਜਿਹੜਾ ਪਿੱਛੇ ਜੇ ਹੁਣ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਕੱਢਿਆ ਵੀ ਜਾਂਦਾ, ਜਿਸ ਦਾ ਸਿੱਖ ਜਗਤ ਵੱਲੋਂ ਬਹੁਤ ਜ਼ਿਆਦਾ
ਉਹ ਗੁੱਸਾ ਵੀ ਕਰਿਆ ਜਾਂਦਾ ਵੀ ਇਹ ਚੀਜ਼ ਕਾਹਤੋਂ ਹੋਈ ਆ। ਦਿੱਲੀ ਦੇ ਵਿੱਚ ਬੈਠੇ ਕੁਝ ਨੁਮਾਇੰਦੇ ਵੀ ਉਹਨਾਂ ਦੇ ਪੱਖ ਦੇ ਵਿੱਚ ਨਿੱਤਰਦੇ ਨੇ, ਪਰ ਫਿਰ ਵੀ ਕੋਈ ਸੁਣੀ ਨਹੀਂ ਜਾਂਦੀ। ਇਸ ਸਾਰੇ ਬਾਰੇ ਥੋੜ੍ਹਾ ਦੱਸੋ। ਨਹੀਂ ਦੇਖੋ, ਜਿਵੇਂ ਉਹ ਕੱਢਿਆ ਨਾ, ਉਹ ਇਹ ਤਾਂ ਹੁਣ ਪਤਾ ਲੱਗ ਗਿਆ ਸੀ ਉਹਨਾਂ ਨੂੰ ਵੀ ਪਾਰਟੀ ਉਹ ਤੋਂ ਖਹਿੜਾ ਛਡਾਉਣਾ ਚਾਹੁੰਦੀ ਸੀ। ਪਾਰਟੀ ਨਹੀਂ ਸੀ ਚਾਹੁੰਦੀ ਵੀ ਕੋਈ ਇਸ ਤਰ੍ਹਾਂ ਦਾ, ਇੱਕ ਤਾਂ ਸੱਚਾ ਬੰਦੇ ਤੋਂ ਹਰ ਪਾਰਟੀ ਨੂੰ ਡਰ ਲੱਗੂਗਾ ਜੀ। ਕੋਈ ਵੀ ਹੈ ਪਾਰਟੀ, ਜਿਹੜੀ ਕਰਪਟ ਪਾਰਟੀ ਹੈ ਨਾ, ਸੱਚੇ ਬੰਦੇ ਤੋਂ ਹੀ ਭੈ ਲੱਗੂ। ਫਿਰ ਉਹਦੇ 'ਚ ਲਿਆਕਤ ਹੈ ਬੰਦੇ 'ਚ, ਤੇ ਉਹ ਇਸ ਕਰਕੇ ਉਹ ਉਹਨਾਂ ਨੂੰ ਉਹਦੀ ਸਾਰੀ ਜਿਹੜੀ ਪੰਥਕ ਸੋਚ ਹੈ ਉਹ ਤੋਂ ਡਰ ਲੱਗਦਾ ਸੀ। ਇਹ ਨਹੀਂ ਸੀ ਚਾਹੁੰਦੇ ਪਾਰਟੀ ਵਾਲੇ। ਨਾ ਆਪਾਂ ਇਕੱਲੇ ਕੇਜਰੀਵਾਲ ਨੂੰ ਜਾਂ ਦਿੱਲੀ ਵਾਲਿਆਂ ਨੂੰ ਨਾ ਕਹੀਏ, ਜਿਹੜੀ ਪੰਜਾਬ ਦਾ ਸਾਰੀ ਜੁੰਡਲੀ ਇਕੱਠੀ ਹੋਈ ਹੈ ਉਹ ਸਾਰੀ ਉਹੀ ਜੀ ਹੈ। ਮਤਲਬ ਉਹ ਗੱਲਾਂ ਸਿੱਖਾਂ ਦੀਆਂ ਉਹ ਕਰੀ ਜਾਣ, ਭਾਵੇਂ ਜਿਹੜਾ ਨਾ ਵੀ ਅੰਦਰ ਸੱਚੀ ਦਰਦ ਹੋਵੇ ਕੁਛ, ਤੇ ਉਹਦੇ ਵਾਸਤੇ ਉਹ ਕੁਛ ਸੱਚੀ ਨਿਸ਼ਕਾਮ ਭਾਵਨਾ ਨਾਲ ਕੁਛ ਕਰਨ ਦੀ ਹੋਵੇ ਉਹਨਾਂ 'ਚ, ਉਹ ਸਪਿਰਿਟ ਹੈ ਨਹੀਂ। ਤੇ ਇਸ ਕਰਕੇ ਮਤਲਬ ਸਾਰੇ ਹੀ ਚਾਹੁੰਦੇ ਸੀ ਵੀ ਇਹਨੂੰ ਕਿਸ ਤਰ੍ਹਾਂ ਕੱਢਿਆ ਜਾਵੇ। ਉਹ ਬਹਾਨਾ ਮਿਲ ਗਿਆ ਇੱਕ, ਚਲੋ ਉਹਨੇ ਕੋਈ ਪੋਸਟ ਇਹੀ ਜੀ ਪਾਈ, ਨਹੀਂ ਪੈਣੀ ਚਾਹੀਦੀ ਸੀ ਉਹਨੇ, ਪਰ ਦੇਖੋ ਵੀ ਵਿਆਖਿਆ ਵੀ ਨਹੀਂ ਮੰਗੀ, ਸਿੱਧਾ ਪਾਰਟੀ 'ਚੋਂ ਬਾਹਰ। ਐਂ ਕਦੇ ਹੁੰਦਾ ਨਹੀਂ ਹੁੰਦਾ। ਤੁਸੀਂ ਦੇਖੋ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਬਚਾਉਣਾ ਹੁੰਦਾ ਉਹਨੂੰ ਕਿੰਨਾ ਕੁਛ ਮਾਫ ਕਰਦੇ, ਅੱਖਾਂ ਹੀ ਬੰਦ ਕਰ ਲੈਂਦੇ ਆ, ਜੋ ਮਰਜ਼ੀ ਕਰੀ ਜਾਣ। ਇਹ ਤੋਂ ਵਿਆਖਿਆ ਵੀ ਨਹੀਂ ਲਈ, ਇਹਦਾ ਪੱਖ ਵੀ ਨਹੀਂ ਸੁਣਿਆ। ਸੋ ਪੋਸਟ ਉਹਨੇ ਆਪ ਨਹੀਂ ਸੀ ਲਿਖੀ, ਕਿਤੇ ਬੱਚਿਆਂ ਤੋਂ ਕੁਤਾਹੀ ਹੋਈ ਸੀ। ਕਹਿਣ ਦਾ ਮਤਲਬ ਮੌਕੇ ਦੀ ਤਾਕ ਦੇ ਵਿੱਚ ਸੀਗੇ ਪਹਿਲੇ। ਬਿਲਕੁਲ, ਜਿਹਦਾ ਮਤਲਬ ਵੀ ਉਹ ਤੋਂ ਖੜਾ ਛਡਾਉਣਾ ਚਾਹੁੰਦੇ ਸੀ, ਬਸ ਉਹਦੀ ਨਾਲ ਦੀ ਨਾਲ ਕੱਢ ਕੇ ਬਾਹਰ ਮਾਰਿਆ। ਅੱਛਾ ਤੁਸੀਂ ਦੇਖੋ, ਉਹ ਤੇ ਫਿਰ ਉਹ 'ਚ ਕੋਈ ਬਿਟਰਨੈਸ ਨਹੀਂ, ਕੋਈ ਕੁੜੱਤਣ ਨਹੀਂ ਹੈ, ਕੋਈ ਲਾਂਭਾ ਨਹੀਂ, ਕੋਈ ਰੋਸ ਨਹੀਂ, ਕੁਛ ਨਹੀਂ, ਵੀ ਠੀਕ ਹੈ ਆਪਾਂ ਆਪਦਾ ਕੰਮ ਕਰਨਾ ਹੈ ਉਹ ਕਰ ਲਾਂਗੇ। ਹੁਣ ਆਹ ਗੱਲਾਂ ਹੈ ਜਿਹੜੀਆਂ ਇਸ ਸਮੇਂ ਦੇ ਵਿੱਚ ਤੁਸੀਂ ਸਾਰਾ ਸੋਸ਼ਲ ਮੀਡੀਆ ਦੇਖਦੇ ਹੋ, ਕਿਸਾਨ ਅੰਦੋਲਨ ਦਾ ਵੀ ਦੇਖ ਰਹੇ ਹੋ, ਬੰਦਿਆਂ 'ਚ ਮਤਲਬ ਕਿੰਨੀ ਜ਼ਹਿਰ, ਇੱਕ ਦੂਜੇ ਪ੍ਰਤੀ ਕਿੰਨੀ ਨਫ਼ਰਤ, ਕਿਹੋ ਜਿਹੀ ਭਾਸ਼ਾ। ਇਹ ਕੀ ਕਾਰਨ ਹੈ ਕਿ ਬੰਦੇ ਗੁਰਬਾਣੀ ਨਾਲ ਟੁੱਟੇ ਹੋਏ ਨੇ। ਸੋ ਜਿੰਨਾ ਚਿਰ ਉਹ ਸਿਫਤਾਂ ਨਹੀਂ ਆਉਣਗੀਆਂ ਬੰਦਿਆਂ 'ਚ, ਉਹ ਸਿਰਫ ਕਹਿਣ ਨਾਲ, ਬਿਆਨ ਦੇਣ ਨਾਲ, ਭਾਵਨਾ ਵੀ ਸਾਡੇ ਇਸ ਪੰਜਾਬ ਦਾ ਕਰ ਦਿਆਂਗੇ, ਮਤਲਬ ਇਕੱਲੀ ਇਛਾਵਾਂ ਰੱਖਣ ਨਾਲ ਉਹ ਗੱਲ ਨਹੀਂ ਹੋਣੀ। ਸੋ ਇਹ ਤਾਂ ਇਹ ਹੈ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਸਪਿਰਚੁਅਲ ਰੀਜਨਰੇਸ਼ਨ ਨਹੀਂ ਹੁੰਦੀ, ਤੁਸੀਂ ਕੁਛ ਨਹੀਂ ਕਰ ਸਕਦੇ। ਹਰ ਅਟੈਂਪਟ ਫੇਲ ਹੋਊ। ਸੋ ਇਹ ਇੱਕ ਸਬਕ ਹੈ। ਜਿਹੜੇ ਬੰਦੇ ਹੁਣ ਫੇਰ ਹਰ ਇਲੈਕਸ਼ਨ ਜਦੋਂ ਆਉਂਦੀ ਹੈ ਤੇ ਉਦੋਂ ਬੜੇ ਬੰਦਿਆਂ ਨੂੰ ਕਈ ਆਦਰਸ਼ਕ ਬਾਅਦ 'ਚੋਂ ਵੀ ਕਰਦੇ ਨੇ, ਜਿਨ੍ਹਾਂ ਨੂੰ ਪੋਲੀਟਿਕਸ ਦੀ ਸਮਝ ਨਹੀਂ ਹੁੰਦੀ, ਵੀ ਸ਼ਾਇਦ ਅਸੀਂ ਬਸ ਕੋਈ ਵੱਡੀ ਤਬਦੀਲੀ ਲਿਆ ਦਿਆਂਗੇ, ਪਰ ਇਸ ਤਰ੍ਹਾਂ ਪੋਸੀਬਲ ਹੁੰਦਾ ਨਹੀਂ। ਸੋ ਮੈਂ ਤਾਂ ਕਹਿੰਦਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ, ਅਜੋਕੇ ਸਮੇਂ ਦੇ ਪ੍ਰਸੰਗ 'ਚ ਜਰਨੈਲ ਸਿੰਘ ਤੋਂ ਸਿੱਖਣਾ, ਉਹ ਤੋਂ ਪ੍ਰੇਰਨਾ ਲੈਣੀ, ਉਹਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਦੇਖਣਾ, ਉਹਨੂੰ ਇਸ ਦ੍ਰਿਸ਼ਟੀ ਤੋਂ ਦੇਖਣਾ, ਤੇ ਇਹ ਬਹੁਤ ਜ਼ਰੂਰੀ ਹੈ। ਪਰ ਇਹ ਬਹੁਤ ਘੱਟ ਦੇਖਿਆ ਗਿਆ ਹੈ। ਬਿਮਾਰੀ ਦੇ ਦੌਰਾਨ ਹੀ ਉਹ ਸੋਸ਼ਲ ਮੀਡੀਆ ਤੇ ਜਿਹੜੀ ਮਦਦ ਦੀ ਗੁਹਾਰ ਲਾਉਂਦੇ ਦਿਸੇ ਸਨ। ਹਾਂਜੀ। ਤੇ ਹੁਣ 3 ਨੌਜਵਾਨਾਂ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਕੇ ਇਹ ਗੱਲ ਆਖੀ ਗਈ ਹੈ ਕਿ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਉਹਨਾਂ ਨੇ ਦਿੱਲੀ ਦੇ ਸਿੱਖ ਆਗੂਆਂ ਦੇ ਉੱਤੇ ਸਿੱਧੇ ਨਿਸ਼ਾਨੇ ਸਾਧੇ ਨੇ ਕਿ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ, ਜਿਸ ਕਰਕੇ ਸਿੱਖ ਸੰਗਤ ਨੇ ਜਿਹੜਾ ਇੱਕ ਅਨਮੋਲ ਹੀਰਾ ਗਵਾ ਲਿਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਹ ਚੀਜ਼ ਹੋ ਸਕਦੀ ਕਿ ਇੱਕ ਵਿਧਾਇਕ ਹੋਵੇ ਜਿਹੜਾ ਉੱਥੋਂ ਚੁਣ ਕੇ ਗਿਆ ਹੋਵੇ, ਉਸ ਦੀ ਵੀ ਮਦਦ ਨਹੀਂ, ਆਮ ਲੋਕਾਂ ਦੇ ਨਾਲ ਤਾਂ ਕੀ ਹੋਣਾ? ਨਹੀਂ ਦੇਖੋ, ਮਤਲਬ ਇਹ ਤਾਂ ਸਾਫ਼ ਜ਼ਾਹਰ ਹੈ, ਉਹ ਬੰਦੇ ਦੱਸ ਰਹੇ ਨੇ ਜਿਹੜੇ ਉਹਦੀ ਤਮੀਰਦਾਰੀ ਕਰ ਰਹੇ ਸੀ, ਸੇਵਾ ਕਰ ਰਹੇ ਸੀ, ਵੀ ਉਹਨਾਂ ਨੇ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ ਵੀ ਕਿਸੇ ਤਰ੍ਹਾਂ ਜਾਨ ਬਚ ਜੇ। ਇੱਕ ਮਸ਼ੀਨ ਚਾਹੀਦੀ ਸੀ ਜਿਹੜੀ ਆਮ ਹਸਪਤਾਲਾਂ 'ਚ ਨਹੀਂ, ਉਹ ਥੋੜ੍ਹੇ ਜਿਹੇ ਹਸਪਤਾਲਾਂ 'ਚ ਹੈ। ਹੁਣ ਉਹ ਹਸਪਤਾਲਾਂ ਦੇ ਵਿੱਚ ਆਮ ਬੰਦੇ ਦੀ ਨਹੀਂ ਸੁਣੀ ਜਾਂਦੀ। ਸੋ ਉਹਨਾਂ ਨੇ ਪੂਰਾ ਜ਼ੋਰ ਲਾਇਆ, ਕੇਜਰੀਵਾਲ ਨੂੰ ਪੂਰਾ ਜ਼ੋਰ ਲਾਇਆ, ਉਹਨਾਂ ਨੇ ਫਿਰ ਸਿਰਸੇ ਨੂੰ, ਉਹਨਾਂ ਨੇ ਜੀਕੇ ਨੂੰ, ਉਹਨਾਂ ਨੇ ਸਰਨੇ ਨੂੰ, ਮਤਲਬ ਕਮਾਲ ਹੈ, ਕਿਸੇ ਨੇ ਕੁਛ ਵੀ ਨਹੀਂ ਕੀਤਾ। ਮਤਲਬ ਜੀਕੇ ਦਾ ਤਾਂ ਇਹ ਸੀ ਵੀ ਮੈਂ ਤੁਹਾਨੂੰ ਇੱਕ ਨੰਬਰ ਭੇਜ ਦਿੰਦਾ, ਤੁਸੀਂ ਉਹ 'ਤੇ ਗੱਲ ਕਰ ਲਓ। ਸਰਨੇ ਦਾ ਇਹ ਸੀ ਮੇਰੇ ਬੇਟੇ ਨਾਲ ਗੱਲ ਕਰ ਲਓ। ਤੇ ਸਿਰਸਾ ਇਹ ਕਹਿੰਦਾ ਸੀ ਮੈਂ ਹਰਸ਼ਵਰਧਨ ਨਾਲ ਗੱਲ ਕਰਦਾ, ਦੱਸ ਵੀ ਹਰਸ਼ਵਰਧਨ ਭਲਾ ਕਰੂਗਾ।
ਮਤਲਬ ਤੂੰ ਐਟੀਟਿਊਡ ਦੇਖ ਕਿੰਨਾ ਕ੍ਰਿਮੀਨਲ ਐਟੀਟਿਊਡ ਹੈ, ਜਿਹਦਾ ਮਤਲਬ ਸਾਡੇ ਲੀਡਰ, ਤੁਸੀਂ ਨਾ ਦੋਹਾਂ 'ਚ ਹੁਣ ਕੰਟਰਾਸਟ ਕਰਕੇ ਦੇਖੋ ਵੀ ਇੱਕ ਪਾਸੇ ਜਰਨੈਲ ਸਿੰਘ ਦੀ ਸਪਿਰਿਟ ਤੇ ਦੂਜੇ ਪਾਸੇ ਇਹ ਲੀਡਰ। ਹਾਂ, ਸੋ ਕਾਰਨ ਇਹੀ ਹੈ ਕਿ ਉਹ ਗੁਰੂ ਦੇ ਨਾਂ 'ਤੇ ਹੀ ਲੁੱਟ ਕਰ ਰਹੇ ਨੇ ਤੇ ਗੁਰੂ ਤੋਂ ਹੀ ਦੂਰ ਤੇ ਝੂਠੇ ਨੇ ਉਹ। ਤੇ ਇਹ ਜਰਨੈਲ ਸਿੰਘ ਮਤਲਬ ਇਹ ਸੀ ਵੀ ਉਹ ਸਮਰਪਿਤ ਸੀ, ਕਿਤੇ ਵੀ ਨਿਰਾਸ਼ ਨਹੀਂ ਹੋਇਆ, ਕਹਿੰਦੇ ਬਿਲਕੁਲ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਇੱਕ ਰਾਹ ਬੰਦ ਹੋ ਦੂਜਾ ਵਾਹਿਗੁਰੂ ਖੋਲੂਗਾ। ਸਾਰੇ ਰਾਹ ਕਦੇ ਵੀ ਜ਼ਿੰਦਗੀ ਦੇ ਬੰਦ ਨਹੀਂ ਹੁੰਦੇ। ਪੋਲੀਟਿਕਸ 'ਚ ਕਹਿੰਦਾ ਮੈਨੂੰ ਪਤਾ ਸੀ ਮੇਰੀ ਜਗ੍ਹਾ ਹੈ ਹੀ ਨਹੀਂ, ਤਾਂ ਚਲੋ ਠੀਕ ਹੈ, ਹੋਰ ਬੜੇ ਢੰਗ ਨੇ ਸੇਵਾ ਕਰਨ ਦੇ। ਸੋ ਇਹੋ ਜਿਹੇ ਮੌਕੇ ਉਹਦਾ ਚਲੇ ਜਾਣਾ ਇਹ ਬਹੁਤ ਵੱਡਾ ਘਾਟਾ ਪਿਆ। ਉਹਦਾ ਸਬਸਟੀਚਿਊਟ ਵੀ ਇਹੋ ਜਿਹੇ ਬੰਦੇ ਛੇਤੀ ਕੀਤਿਆਂ ਹੀ ਨਾ ਸਿਰਜੇ ਜਾਂਦੇ, ਯਤਨ ਕੀਤਿਆਂ। ਸੋ ਮੈਨੂੰ ਤਾਂ ਇਹ ਲੱਗਦਾ ਕਿ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ, ਅਤੇ ਆਮ ਬੰਦੇ ਤੋਂ ਕਈ ਵਾਰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਜਰਨੈਲ ਸਿੰਘ ਨੂੰ। ਅਤੇ ਸੁਪਰਫਿਸ਼ੀਅਲ ਦੀਆਂ ਗੱਲਾਂ ਤੋਂ ਵੀ ਇੱਥੇ ਉਹ ਜਿਵੇਂ ਵੀ CM ਬਣਨ ਆਇਆ ਸੀ, ਹਾਂ, ਉਹਨੂੰ ਬਿਲਕੁਲ ਹੀ ਪਹਿਲੇ ਦਿਨੋਂ ਹੀ ਸਾਫ਼ ਸੀਗਾ ਵੀ ਮੈਂ ਸੀ, ਨਾ ਮੈਨੂੰ ਬਣਾਉਣਾ ਇਹਨਾਂ ਨੇ, ਨਾ ਮੈਂ ਬਣਨਾ ਹੈ, ਵੀ ਮੇਰਾ ਤਾਂ ਇੱਕ ਹੋਰ ਹੈ, ਮੇਰਾ ਤਾਂ ਪੰਥਕ ਪਿੱਛੇ ਮਨੋਰਥ ਹੈ। ਮੈਂ ਤਾਂ ਹਾਂ, ਮੈਂ ਤਾਂ ਗਰਾਊਂਡ ਤਿਆਰ ਕਰ ਰਿਹਾ ਤਾਂ ਕਿ ਪੰਜਾਬ 'ਚ ਆ ਜਿਹੜਾ ਬਾਦਲਾਂ ਦਾ ਕੋਡ ਹੈ ਇਹ ਕੱਢਿਆ ਜਾ ਸਕੇ ਅਤੇ ਪੰਥਕ ਸੰਸਥਾਵਾਂ ਨੂੰ ਇਹਨਾਂ ਤੋਂ ਮੁਕਤ ਕਰਵਾ ਕੇ ਮੁੜ ਸੁਰਜੀਤ ਕਰੀਏ। ਉਹ ਸਾਰੇ ਸਰੋਕਾਰ ਉਹਦੇ ਵੱਡੇ ਅਤੇ ਪੰਥਕ ਹੈ। ਸੋ ਇਹ ਤਾਂ ਇੱਕ ਵਕਤੀ ਉਹਦਾ ਵਸੀਲਾ ਜਿਹਾ ਉਹਨੇ ਸਮਝਿਆ ਸੀਗਾ, ਅਤੇ ਪਰ ਕਾਹਨੂੰ ਚੱਲਣ ਦਿੰਦੇ ਨੇ ਅਗਲੇ, ਜਿਹੜਾ ਇਹ ਹੈ ਨਾ ਵੀ ਅਸੀਂ ਵਰਤ ਲਾਂਗੇ ਕਿਸੇ ਨੂੰ, ਇਹ ਹੁਣ ਇੰਨਾ ਕੁਛ ਕਰਪਟ ਹੋ ਚੁੱਕਿਆ, ਹੁਣ ਤੁਸੀਂ ਇਹ ਭੁੱਲ ਜਾਓ। ਸ਼ਾਰਟਕੱਟ ਕੁਛ ਨਹੀਂ, ਇਹ ਤਾਂ ਲੰਮਾ ਕੰਮ ਕਰਨਾ ਪੈਣਾ, ਮਿਹਨਤ ਕਰਕੇ ਹੀ ਇੱਥੇ ਸਹੀ ਡਾਇਰੈਕਸ਼ਨ 'ਚ ਮਿਹਨਤ ਕਰਕੇ ਹੀ ਅਤੇ ਲੰਮਾ ਚਿਰ ਕੰਮ ਕਰਕੇ ਹੀ ਇੱਥੇ ਕੁਛ ਭਲਾ ਹੋ ਸਕਦਾ। ਤਟਪਟ ਇੱਥੇ ਕੁਛ ਨਹੀਂ ਹੋਣਾ। ਇੰਨੀ ਕੁ ਮੈਨੂੰ ਤਾਂ ਲੱਗਦਾ ਉਹਦੇ ਜੀਵਨ ਤੋਂ ਜੇ ਅਸੀਂ ਕੁਛ ਸਿੱਖ ਸਕਦੇ ਹਾਂ ਜਾਂ ਪ੍ਰੇਰਨਾ ਲੈ ਸਕਦੇ ਹਾਂ। ਸੋ ਇਹ ਸਨ ਪੱਤਰਕਾਰ ਸਰਦਾਰ ਜਰਨੈਲ ਸਿੰਘ ਦੇ ਬਾਰੇ ਅਹਿਮ ਜਾਣਕਾਰੀਆਂ, ਜਿਹੜੀਆਂ ਸੰਗਤਾਂ ਦੇ ਸਾਹਮਣੇ ਨਹੀਂ ਸਨ ਆਈਆਂ, ਜੋ ਕਿ ਸਾਨੂੰ ਬਾਪੂ ਜੀ ਵੱਲੋਂ ਦੱਸਣਾ ਕਰਿਆ ਗਿਆ ਹੈ। ਅਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਕਿ ਸਾਨੂੰ ਜਿਹੜਾ ਆਪਣੇ ਦਿਲ ਦੇ ਵਿੱਚ, ਜਿਵੇਂ ਉਹਨਾਂ ਨੇ ਇੱਕ ਪੰਥਕ ਪਾਰਟੀ ਨੂੰ ਜਿਹੜਾ ਕਿ ਉਹ ਨਹੀਂ ਲਾਂਭੇ ਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਗੰਦ ਆ ਉਹਨੂੰ ਅਸੀਂ ਦੂਰ ਕਰਨਾ ਕਰੀਏ ਤਾਂ ਕਿ ਅਸੀਂ ਆਪਣੀ ਜਿਹੜੇ ਪਿੱਛੋਂ ਇਤਿਹਾਸ ਆ ਉਹਨੂੰ ਵੀ ਸਾਂਭ ਸਕੀਏ ਅਤੇ ਨਾਲ ਦੀ ਨਾਲ ਇੱਕ ਨਵਾਂ ਫੇਰ ਬਦਲ ਕਰਕੇ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਅਤੇ ਚੰਗੀ ਸੋਚ ਦੇ ਨਾਲ ਅੱਗੇ ਵੱਧ ਸਕੀਏ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ। ਹੁਣ ਸਾਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।